ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਖਬਰ ਹੈ ਜੀ ਪੰਜਾਬ ਦੇ ਵਿੱਚੋਂ, ਪੰਜਾਬ ਦੀ ਕੈਬਨਿਟ ਦੇ ਵਿੱਚੋਂ, ਜਿੱਥੇ ਕਿ ਕੈਬਨਿਟ ਵਿਸਥਾਰ ਤੋਂ ਬਾਅਦ ਤਕਰੀਬਨ 36 ਘੰਟੇ ਦਾ ਸਮਾਂ ਬੀਤ ਚੁੱਕਿਆ, ਲੇਕਿਨ ਅਜੇ ਤੱਕ ਸਹੁੰ ਚੁੱਕੇ ਹੋਏ ਮੰਤਰੀਆਂ ਨੂੰ ਉਹਨਾਂ ਦੇ ਵਿਭਾਗਾਂ ਦੀ ਅਲਾਟਮੈਂਟ ਨਹੀਂ ਕੀਤੀ ਗਈ। ਸੋ ਇਹ ਅਲਾਟਮੈਂਟ ਦੇ ਵਿੱਚ ਰੇੜਕਾ ਕੀ ਹੈ, ਇਹ ਅਲਾਟਮੈਂਟ ਕਦੋਂ ਹੋਏਗੀ, ਇਸ ਬਾਰੇ ਗੱਲ ਕਰਾਂਗੇ ਕਿ ਇਸ ਰੇੜਕੇ ਨੂੰ ਖਤਮ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਵਿੱਚ ਆਉਣਾ ਪਏਗਾ ਜਾਂ ਫਿਰ ਹਾਈ ਕਮਾਨ ਦੇ ਵੱਲੋਂ ਹੀ ਇਹ ਵਿਭਾਗਾਂ ਦੀ ਵੰਡ ਕੀਤੀ ਜਾਏਗੀ। ਇਸ ਬਾਰੇ ਵੀ ਗੱਲਬਾਤ ਕਰਾਂਗੇ ਕਿਸਾਨ ਆਗੂ ਵੱਲੋਂ ਬਣਾਏ ਗਏ ਨਵੇਂ ਮੰਚ ਦੀ 2022 ਦੀਆਂ ਚੋਣਾਂ ਨੂੰ ਲੈ ਕੇ ਇੱਕ ਕਿਸਾਨ ਆਗੂ ਵੱਲੋਂ ਮੰਚ ਬਣਾਇਆ ਗਿਆ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਕਿਸਾਨ ਸੱਚਮੁੱਚ ਚੋਣਾਂ ਲੜਨਗੇ ਕਿ ਇਸ ਮੰਚ ਦੇ ਅਧੀਨ ਹੋਰ ਵੀ ਕਿਸਾਨ ਆਗੂ ਆਉਣਗੇ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਭੀਮਿੰਦਰ ਜੀ, ਡਾਕਟਰ ਭੀਮਿੰਦਰ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਡਾਕਟਰ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਮਾਨ ਸਾਹਿਬ। ਸੋ ਡਾਕਟਰ ਸਾਹਿਬ, ਜਿਵੇਂ ਕਿ 36 ਘੰਟਿਆਂ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਕੈਬਨਿਟ ਦਾ ਵਿਸਥਾਰ ਹੋਏ ਨੂੰ, ਸਹੁੰ ਚੁੱਕ ਸਮਾਪਨ ਸੰਪੰਨ ਹੋਏ ਨੂੰ, ਸਹੁੰ ਵੀ ਚੁੱਕੀ ਗਈ ਹੈ। ਮੰਤਰੀਆਂ ਨੂੰ ਅਜੇ ਤੱਕ ਉਹਨਾਂ ਦੇ ਵਿਭਾਗ ਨਹੀਂ ਮਿਲੇ। ਜਦੋਂ ਤੱਕ ਮੰਤਰੀਆਂ ਨੂੰ ਉਹਨਾਂ ਦੇ ਵਿਭਾਗ ਨਹੀਂ ਮਿਲਣਗੇ ਉਹ ਕੰਮਕਾਜ ਕਿਸ ਤਰ੍ਹਾਂ ਕਰਨਗੇ? ਜਿਵੇਂ ਕਿ ਕੱਲ ਕੈਬਨਿਟ ਦੀ ਮੀਟਿੰਗ ਵੀ ਹੋ ਚੁੱਕੀ ਹੈ, ਬਿਨਾਂ ਵਿਭਾਗਾਂ ਤੋਂ ਮੀਟਿੰਗ ਹੋਈ ਹੈ ਜੀ। ਕਿਸੇ ਵੀ ਸਿਰਫ ਔਰ ਸਿਰਫ ਇੱਕ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕੀਤੀ ਗਈ ਸੀ, ਉਹਨਾਂ ਨੂੰ ਰਿਟੇਨ ਕੀਤਾ ਗਿਆ ਗਾ। ਉਹਨਾਂ ਦਾ ਜੋ ਪਹਿਲਾਂ ਡਿਪਾਰਟਮੈਂਟ ਸੀ ਉਹਨਾਂ ਕੋਲ ਵਿੱਤ ਵਿਭਾਗ ਦਿੱਤਾ ਗਿਆ, ਬਾਕੀ ਕਿਸੇ ਵੀ ਡਿਪਾਰਟਮੈਂਟ ਦੀ ਅਜੇ ਤੱਕ ਵੰਡ ਨਹੀਂ ਕੀਤੀ ਗਈ। ਜਦੋਂ ਕਿ ਸਾਰੇ ਮੰਤਰੀਆਂ ਨੂੰ ਉਹਨਾਂ ਦੇ ਕਮਰੇ ਵੀ ਅਲਾਟ ਕਰ ਦਿੱਤੇ ਗਏ ਨੇ, ਆਫਿਸ ਅਲਾਟ ਕਰ ਦਿੱਤੇ ਗਏ ਨੇ। ਸੋ ਇਸ ਦੇਰੀ ਦੇ ਵਿੱਚ ਕਿਹੜਾ ਪੇਚ ਫਸਿਆ ਹੋਇਆ, ਇਸ ਪੇਚ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇੱਕ ਵਾਰ ਫਿਰ ਤੋਂ ਹਾਈ ਕਮਾਨ ਨੂੰ ਵਿੱਚ ਦਖਲਅੰਦਾਜ਼ੀ ਕਰਨੀ ਪਏਗੀ? ਕਿਵੇਂ ਦੇਖ ਰਹੇ ਹੋ ਜੀ ਮਾਨ ਸਾਹਿਬ? ਮੈਂ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਆਪਣੇ ਸਾਰੇ ਦਰਸ਼ਕਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਹੋਰਾਂ ਦੇ ਜਨਮ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ। ਔਰ ਵਿਸ਼ੇਸ਼ ਤੌਰ ਤੇ ਅੱਜ ਆਪਾਂ ਲੋਕਨਾਥ ਵੱਲੋਂ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਨੂੰ, ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਹੋਰਾਂ ਦਾ ਅੱਜ ਜਨਮ ਦਿਨ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ। ਔਰ ਸ਼ਹੀਦ ਭਗਤ ਸਿੰਘ ਨੇ, ਆਪਾਂ ਨੂੰ ਪਤਾ ਹੈ ਕਿ ਬਕਾਇਦਾ ਤੌਰ ਤੇ ਕਿਹਾ ਸੀਗਾ ਕਿ ਜੇਕਰ ਗੋਰੇ ਅੰਗਰੇਜ਼ਾਂ ਦੀ ਥਾਂ ਦੇ ਉੱਤੇ ਕਾਲੇ ਅੰਗਰੇਜ਼ ਆ ਗਏ ਤਾਂ ਬਹੁਤਾ ਫਰਕ ਨਹੀਂ ਪੈਣਾ। ਸੋ ਉਹੀ ਗੱਲ ਹੋਈ ਹੈ। ਇੱਥੋਂ ਹੀ ਆਪਾਂ ਅੱਜ ਗੱਲ ਸ਼ੁਰੂ ਕਰਾਂਗੇ। ਜਿਵੇਂ ਤੁਸੀਂ ਦੇਖਿਆ ਹੋਏਗਾ ਕਿ ਪਿਛਲੇ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਜਿੱਥੇ ਭਾਰਤ ਖੜ ਚੁੱਕਿਆ, ਜਿੱਥੇ ਭਾਰਤ ਜਿਹੜਾ ਹੈਗਾ ਉਹ ਫਸਿਆ ਹੋਇਆ, ਉਹ ਇਹੀ ਹੈ ਕਿ ਰਾਜਨੀਤੀ ਦੇ ਵਿੱਚ ਜਿਹੜੀਆਂ ਚੀਜ਼ਾਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਸੀਗੀਆਂ, ਖਾਸ ਤੌਰ ਤੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਤਬਦੀਲੀਆਂ ਦੇ ਰਾਹੀਂ ਭਾਰਤ ਨੂੰ ਬਦਲਿਆ ਜਾ ਸਕਦਾ ਸੀਗਾ, ਉਹ ਅਜੇ ਤੱਕ ਬਦਲਿਆ ਨਹੀਂ ਗਿਆ। ਯਾਨੀ ਕਿ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਹੈ ਉਹ ਅਜੇ ਤੱਕ ਨਹੀਂ ਬਣ ਸਕਿਆ। ਸੋ ਇੱਕ ਵੱਡੀ ਗੱਲ ਤਾਂ ਇਹੀ ਹੈ ਕਿ ਅੱਜ ਉਹਨਾਂ ਦੇ ਸੁਪਨਿਆਂ ਦਾ ਭਾਰਤ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ ਲੋੜ ਹੈ ਸਾਨੂੰ। ਸੋ ਉਹਦੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਹੁਣ ਆਉਣੇ ਆ ਤੁਹਾਡੇ ਸਵਾਲ ਵੱਲ। ਤੁਹਾਡਾ ਸਵਾਲ ਜਿਹੜਾ ਹੈਗਾ ਇਸ ਲਈ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਤਾਂ ਆਪਾਂ ਨੇ ਦੇਖਿਆ ਕਿ ਜਦੋਂ ਕੈਬਨਿਟ ਮੰਤਰੀਆਂ ਦੀ ਯਾਨੀ ਕਿ ਚੋਣ ਕਰਨੀ ਸੀਗੀ, ਉਹਦੇ ਵਿੱਚ ਬਹੁਤ ਸਮਾਂ ਲਗਾਇਆ ਗਿਆ। ਬਹੁਤ ਸਮਾਂ ਥੋੜਾ, ਲਗਭਗ 3 ਮਹੀਨੇ 90 ਦਿਨ ਕਹਿ ਸਕਦੇ ਹਾਂ ਕਿ ਸਰਕਾਰ ਦੇ ਕੋਲ ਬਚੇ ਆ ਕੰਮ ਕਰਨ ਦੇ। ਪਰ ਇਸ ਤੋਂ ਇਲਾਵਾ ਤੁਸੀਂ ਦੇਖਦੇ ਹੋ ਕਿ ਹਜੇ ਤੱਕ ਲਗਾਤਾਰ ਇਹ ਕੋਸ਼ਿਸ਼ ਹੈ ਕਿ ਇਸ ਨੂੰ ਲਟਕਾਇਆ ਜਾਏ। ਔਰ ਆਪਾਂ ਨੂੰ ਵੀ ਪਤਾ ਹੈ ਕਿ ਬੇਸ਼ੱਕ ਉਹਨਾਂ ਦੇ ਕਮਰੇ, ਦਫ਼ਤਰ ਉਹਨਾਂ ਦੇ ਅਲਾਟ ਹੋ ਚੁੱਕੇ ਨੇ ਔਰ ਉਹਨਾਂ ਦੀਆਂ ਨੰਬਰ ਪਲੇਟਾਂ ਵੀ ਲੱਗ ਚੁੱਕੀਆਂ ਨੇ, ਨਾਂ ਪਲੇਟਾਂ ਵੀ ਲੱਗ ਚੁੱਕੀਆਂ ਨੇ, ਔਰ ਪਰ ਉਹਨਾਂ ਨੂੰ ਮਹਿਕਮੇ ਹਜੇ ਤੱਕ ਜਿਹੜੇ ਨੇ ਨਹੀਂ ਦਿੱਤੇ ਗਏ। ਔਰ ਇਹਦਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਹਾਈ ਕਮਾਂਡ ਜਾਂ ਜਿਹੜੀ ਚੰਨੀ ਸਾਹਿਬ ਦੀ ਜਿਹੜੀ ਵਜ਼ਾਰਤ ਹੈ ਉਹਦੇ ਵਿੱਚ ਕੋਈ ਬਹੁਤਾ ਤੰਤ ਨਜ਼ਰ ਨਹੀਂ ਆ ਰਿਹਾ। ਉਹਦੇ ਵਿੱਚ ਬਹੁਤ ਜਿਹੜੇ ਵੱਡੇ ਫੈਸਲੇ ਲੈਣ ਦੀ ਜਿਹੜੀ ਇੱਛਾ ਸ਼ਕਤੀ ਹੁੰਦੀ ਹੈ ਉਹ ਇੱਛਾ ਸ਼ਕਤੀ ਨਜ਼ਰ ਨਹੀਂ ਆ ਰਹੀ, ਜਿਹਦੇ ਕਰਕੇ ਢਿੱਲਮ ਢਿੱਲੀ ਕਾਰਵਾਈ ਚੱਲ ਰਹੀ ਹੈ। ਬੇਸ਼ੱਕ ਕੱਲੇ ਚੰਨੀ ਸਾਹਿਬ ਤਾਂ ਦਿਖ ਰਹੇ ਹੈ ਕਿ ਉਹ ਕਾਰਵਾਈਆਂ ਪਾਉਂਦੇ ਆਪਣੀਆਂ, ਕਦੇ ਉਹ ਬਠਿੰਡੇ ਜਾਂਦੇ ਨੇ, ਕਦੇ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਨੇ, ਕਦੇ ਜਲੰਧਰ ਜਾਂਦੇ ਨੇ, ਕਦੇ ਕਪੂਰਥਲਾ ਜਾਂਦੇ ਨੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਵੱਖ-ਵੱਖ ਥਾਵਾਂ ਤੇ ਜਾਣਾ ਤਾਂ ਚੰਗੀ ਗੱਲ ਹੈ, ਪਰ ਬੁਨਿਆਦੀ ਤੌਰ ਤੇ ਜਦੋਂ ਅਸੀਂ ਇੱਕ ਮੁੱਖ ਮੰਤਰੀ ਦਾ ਜਦੋਂ ਅਸੀਂ ਕਾਰਵਾਈ, ਉਹਦੀ ਕਾਰਜਸ਼ੈਲੀ ਵੇਖਦੇ ਹਾਂ ਤਾਂ ਉਹਦੇ ਵਿੱਚ ਤੁਸੀਂ ਵੱਡੇ ਫੈਸਲੇ ਲੈਣੇ ਹੁੰਦੇ ਨੇ। ਖਾਸ ਤੌਰ ਤੇ ਜੇ ਤੁਹਾਡੇ ਮੰਤਰੀ ਜਿਹੜੇ ਨੇ ਉਹਨਾਂ ਨੂੰ ਕੋਈ ਮਹਿਕਮਾ ਹੀ ਨਹੀਂ ਮਿਲਿਆ ਹਜੇ ਤੱਕ,
ਤਾਂ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹ ਕਾਰਵਾਈ ਹੋਣੀ ਚਾਹੀਦੀ ਹੈ, ਯਾਨੀ ਕਿ ਇੱਕ ਕੱਲ ਤੁਸੀਂ ਅਫਸਰਾਂ ਨੂੰ ਕਿਹਾ ਕਿ ਤੁਸੀਂ ਚੰਨੀ ਸਾਹਿਬ ਨੇ ਕਿ ਤੁਸੀਂ ਮੈਨੂੰ 100 ਦਿਨਾਂ ਦਾ ਜਿਹੜਾ ਹੈਗਾ ਰੋਡ ਮੈਪ ਤਿਆਰ ਕਰਕੇ ਦਿਓ। ਉਹ ਰੋਡ ਮੈਪ ਤਾਂ ਬਣੇਗਾ, ਉਹ ਰੋਡ ਮੈਪ ਦੇ ਹੱਲ ਤਾਂ ਹੋਏਗਾ ਜੇਕਰ ਮੰਤਰੀ ਜਿਹੜੇ ਨੇ ਉਹ ਲਗਾਏ ਜਾਣਗੇ। ਜੇ ਅਜੇ ਤੱਕ ਮੰਤਰੀ ਨਹੀਂ ਲਗਾਏ ਗਏ, ਜੇ ਅਜੇ ਤੱਕ ਮੰਤਰੀਆਂ ਨੂੰ ਉਹਨਾਂ ਦਾ ਮਹਿਕਮਾ ਨਹੀਂ ਦਿੱਤਾ ਗਿਆ, ਤਾਂ ਲਾਜ਼ਮੀ ਤੌਰ ਤੇ ਉਹ ਰੋਡ ਮੈਪ ਜਿਹੜਾ ਹੈਗਾ ਕਿਸੇ ਕੰਮ ਦਾ ਨਹੀਂ ਹੋ ਸਕਦਾ। ਉਹ ਮੰਤਰੀ ਸਾਹਿਬ ਨੇ, ਜੇਕਰ ਉਹਨਾਂ ਨੂੰ ਵਿਭਾਗਾਂ ਦਾ ਨਹੀਂ ਪਤਾ, ਕਿਉਂਕਿ ਪਹਿਲੇ ਇਹ ਸਭ ਨੂੰ ਪਤਾ ਵੀ ਟਾਈਮ ਬਹੁਤ ਥੋੜਾ ਗਾ ਇਸ ਵਜ਼ਾਰਤ ਦੇ ਕੋਲੇ, ਇਸ ਕੈਬਨਿਟ ਦੇ ਕੋਲੇ, ਤੇ ਅੱਜ ਤੱਕ ਇਹ ਹੋਰ ਲੰਮਾ ਕਰੀ ਜਾ ਰਹੇ ਨੇ ਜੀ। ਜਦੋਂ ਕਿਸੇ ਵਿਅਕਤੀ ਨੂੰ ਇਹ ਨਹੀਂ ਪਤਾ, ਕਿਸੇ ਮੰਤਰੀ ਨੂੰ ਇਹ ਨਹੀਂ ਪਤਾ ਵੀ ਮੇਰਾ ਡਿਪਾਰਟਮੈਂਟ ਕਿਹੜਾ ਹੋਏਗਾ, ਤਾਂ ਉਹ ਰਣਨੀਤੀ ਕਿਵੇਂ ਬਣਾਏਗਾ ਜੀ। ਜਿਵੇਂ ਤੁਸੀਂ ਰੋਡ ਮੈਪ ਦੀ ਗੱਲ ਕਰ ਰਹੇ ਹੋ, ਬਿਲਕੁਲ ਅਫਸਰਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਮੰਤਰੀ ਕੌਣ ਹੋਏਗਾ, ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਡਿਪਾਰਟਮੈਂਟ ਕੌਣ ਆ। ਤਾਂ ਰੋਡ ਮੈਪ ਦੀ ਜਿਹੜੀ ਗੱਲ ਚੰਨੀ ਜੀ ਕਰ ਰਹੇ ਨੇ, ਅੱਛੀ ਗੱਲ ਹੈ, ਉਹ ਰੋਡ ਮੈਪ ਦੀ ਗੱਲ ਕਰ ਰਹੇ ਨੇ, ਲੇਕਿਨ ਰੋਡ ਮੈਪ ਤਿਆਰ ਕਿਵੇਂ ਹੋਏਗਾ ਜਦੋਂ ਡਿਪਾਰਟਮੈਂਟ ਹੀ ਨਹੀਂ ਪਤਾ ਕਿਸੇ ਨੂੰ ਜੀ। ਬਿਲਕੁਲ, ਮੈਂ ਇਹੀ ਗੱਲ ਕਹਿ ਰਿਹਾ ਕਿ ਇਸ ਵੇਲੇ ਹਾਈ ਕਮਾਂਡ ਨੂੰ ਵੀ ਇੰਟਰਵੀਨ ਕਰਨਾ ਚਾਹੀਦਾ, ਔਰ ਇੱਥੋਂ ਤੱਕ ਕਿ ਮੈਂ ਤਾਂ ਜਿਵੇਂ ਤੁਸੀਂ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਵੱਡੇ ਫੈਸਲੇ ਲੈਣੇ ਚਾਹੀਦੇ ਨੇ ਇੰਟਰਵੀਨ ਕਰਕੇ ਕਿ ਭਾਈ ਤੁਸੀਂ ਕਿਉਂਕਿ ਤੁਹਾਨੂੰ ਨਵਜੋਤ ਸਿੰਘ ਸਿੱਧੂ ਨੂੰ ਆਪਾਂ ਨੂੰ ਪਤਾ ਹੈ ਕਿ ਪ੍ਰਧਾਨ ਬਣਾਇਆ ਗਿਆ ਕਾਂਗਰਸ ਦਾ ਪੰਜਾਬ ਦਾ, ਔਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਾਰੀ ਕੈਬਨਿਟ ਨੂੰ ਉਹਨਾਂ ਦੀ ਜਿਹੜੀ ਗਤੀ ਹੈ ਉਹਨੂੰ ਤੇਜ਼ ਕਰਨ, ਔਰ ਉਹ ਤਾਂ ਹੀ ਤੇਜ਼ ਹੋਏਗੀ ਕਿ ਜੇਕਰ ਮਹਿਕਮਿਆਂ ਦੀ ਵੰਡ ਹੋਏਗੀ। ਸੋ ਇਸ ਕਰਕੇ ਹਾਈ ਕਮਾਂਡ ਨੂੰ ਵੀ ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਔਰ ਚੰਨੀ ਸਾਹਿਬ ਨੂੰ ਵੀ ਬਕਾਇਦਾ ਤੌਰ ਤੇ ਇਹ ਚਾਹੀਦਾ ਹੈ। ਔਰ ਖਾਸ ਤੌਰ ਤੇ ਆਪਾਂ ਹੋਰ ਵੀ ਜੇ ਨਾਮ ਲਈਏ ਜਾਂ ਜਿਹੜੇ ਉਪ ਮੁੱਖ ਮੰਤਰੀ ਬਣਾਏ ਗਏ ਨੇ, ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਆਪਣੀ ਸਾਰੀ ਕੈਬਨਿਟ ਨੂੰ ਤੇਜ਼ੀ ਲਿਆਉਣ ਦੇ ਵਿੱਚ ਜਿਹੜੀ ਹੈਗੀ ਆ ਉਹ ਸਹਾਈ ਹੋਣੇ ਚਾਹੀਦੇ ਨੇ, ਔਰ ਜਲਦੀ ਤੋਂ ਜਲਦੀ ਮਹਿਕਮਿਆਂ ਦੀ ਵੰਡ ਹੋਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਾਂ ਹਾਈ ਕਮਾਂਡ ਇਸ ਗੱਲੋਂ ਡਰ ਰਹੀ ਹੈ ਕਿ ਜਿਵੇਂ ਪਹਿਲਾਂ ਰੌਲਾ ਪਿਆ ਸੀਗਾ ਜਦੋਂ ਕੈਬਨਿਟ ਮੰਤਰੀ ਬਣਾਉਣ ਦੇ ਵਿੱਚ ਰੌਲਾ ਪੈ ਗਿਆ ਸੀਗਾ, ਕਈ ਦਿਨ ਲਗਾਤਾਰ ਉਹ ਮੰਥਨ ਚੱਲਦਾ ਰਿਹਾ ਸੀਗਾ, ਇਸੇ ਤਰ੍ਹਾਂ ਦਾ ਰੌਲਾ ਕਿਤੇ ਹੁਣ ਨਾ ਪੈ ਜੇ ਕਿ ਜਦੋਂ ਮੰਤਰੀਆਂ ਨੂੰ ਕੋਈ ਕਹਿੰਦਾ ਕਿ ਮੈਨੂੰ ਫਲਾਣਾ ਮਹਿਕਮਾ ਦਊਗਾ, ਕੋਈ ਕਹਿੰਦਾ ਜੀ ਮੈਨੂੰ ਫਲਾਣਾ ਦੇ ਦਿਓ, ਇਸ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਜਿਹੜੀ ਹੈਗੀ ਆ ਖਾਨਾ ਜੰਗੀ ਕਿਤੇ ਹੋਰ ਨਾ ਵੱਧ ਜਾਏ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਇਸ ਲਈ ਡਿਲੇ ਕੀਤਾ ਜਾ ਰਿਹਾ ਹੈ ਔਰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਵੇਲੇ ਗਿਣਵੇਂ ਚੁਣਵੇਂ ਦਿਨ ਨੇ, ਗਿਣਵੇਂ ਚੁਣਵੇਂ ਘੰਟੇ ਨੇ, ਗਿਣਵੇਂ ਚੁਣਵੇਂ ਮਿੰਟ ਸਕਿੰਟ ਨੇ, ਇੱਕ ਇੱਕ ਮਿੰਟ ਜਿਹੜਾ ਹੈਗਾ ਇਸ ਵੇਲੇ ਕੀਮਤੀ ਆ ਸਰਕਾਰ ਦਾ। ਸੋ ਉਸ ਮਿੰਟ ਨੂੰ, ਉਸ ਸਮੇਂ ਨੂੰ ਜਿਹੜਾ ਹੈਗਾ ਚੰਗੇ ਪਾਸੇ ਲਾਉਣ ਦੀ ਲੋੜ ਹੈ, ਔਰ ਉਹ ਤਾਂ ਲੱਗੇਗਾ ਜੇਕਰ ਮੰਤਰੀਆਂ ਦੀ ਸਹੀ ਜਿਹੜੀ ਹੈਗੇ ਚੰਗੇ ਮੰਤਰੀਆਂ ਨੂੰ ਅੱਗੇ ਲਿਆਂਦਾ ਜਾਏਗਾ ਔਰ ਉਹਨਾਂ ਨੂੰ ਸਹੀ ਮਹਿਕਮੇ ਉਹਨਾਂ ਦੀ ਮੈਰਿਟ ਦੇ ਅਨੁਸਾਰ। ਮੈਂ ਕਹਿਣਾ ਚਾਹਣਾ ਕਿ ਇਹ ਨਹੀਂ ਦੇਖਣਾ ਚਾਹੀਦਾ ਕਿ ਕਿਸ ਜਾਤ ਦਾ ਹੈ, ਕਿਸ ਇਲਾਕੇ ਦਾ ਹੈ, ਕਿਸ ਜਿਹੜਾ ਹੈਗਾ ਕਿਹੜੀ ਉਹ ਜਿਹੜਾ ਹੈਗਾ ਭਾਈਚਾਰੇ ਚੋਂ ਆਉਂਦਾ ਹੈ, ਪਰ ਉਹਨਾਂ ਦੀ ਮੈਰਿਟ ਜਿਹੜੀ ਹੈਗੀ ਆ ਉਹ ਵੇਖਣੀ ਚਾਹੀਦੀ ਹੈ। ਮੈਰਿਟ ਦੇ ਅਨੁਸਾਰ ਜਿਹੜਾ ਪਿਛਲਾ ਕੰਮ ਕੀਤਾ ਉਹ ਵੀ ਮੈਰਿਟ ਦੇਖਣੀ ਚਾਹੀਦੀ ਹੈ, ਔਰ ਇਸ ਤੋਂ ਇਲਾਵਾ ਨਵੀਂ ਜਿਹੜੀ ਮੈਰਿਟ ਹੈ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਮਹਿਕਮੇ ਵੰਡ ਦੇਣੇ ਚਾਹੀਦੇ ਨੇ। ਇਹਦੇ ਵਿੱਚ ਕੋਈ ਲਟਕਾਉਣਾ ਨਹੀਂ ਚਾਹੀਦਾ, ਔਰ ਤਾਂ ਹੀ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦਾ ਜਿਹੜਾ 18 ਨੁਕਾਤੀ ਪ੍ਰੋਗਰਾਮ ਦੀ ਜਿਹੜੀ ਬਾਰ-ਬਾਰ ਗੱਲ ਹੁੰਦੀ ਹੈ, ਉਹ 18 ਨੁਕਾਤੀ ਪ੍ਰੋਗਰਾਮ ਜਾਂ ਜਿਹੜੇ ਪੰਜਾਬ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਕਾਂਗਰਸ ਆਈ ਹੋਈ ਹੈ, ਉਹ ਤਾਂ ਹੀ ਵਾਅਦੇ ਪੂਰੇ ਹੋ ਸਕਦੇ ਨੇ ਜੇਕਰ ਚੰਗੀ ਸਾਫ਼ ਸੁਥਰੀ ਕੈਬਨਿਟ ਜਿਹੜੀ ਹੈਗੀ ਹੈ ਉਹ ਲਿਆਂਦੀ ਜਾਏਗੀ ਔਰ ਉਹਦੇ ਵਿੱਚ ਚੰਗੇ ਲੋਕ ਜਿਹੜੇ ਨੇ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਜਾਣਗੇ, ਔਰ ਤਾਂ ਹੀ ਸੰਭਵ ਹੈ। ਬੇਸ਼ੱਕ ਇਸ ਕੈਬਨਿਟ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਵੀ ਉੱਠ ਰਹੇ ਨੇ, ਔਰ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ 4.5 ਸਾਲ ਦੇ ਵਿੱਚ ਬਹੁਤੀ ਜਿਹੜੀ ਕੈਬਨਿਟ ਦੀ ਜਿਹੜੀ ਹੈਗੀ ਹੈ ਕਾਰਵਾਈ ਸਾਨੂੰ ਨਜ਼ਰ ਨਹੀਂ ਆਈ। ਸੋ ਨਤੀਜਾ ਕੀ ਨਿਕਲਿਆ? ਨਤੀਜਾ ਇਹੀ ਹੋਇਆ ਕਿ ਬਹੁਤ ਢਿੱਲਮ ਢਿੱਲੀ ਕਾਰਵਾਈ ਕਰਕੇ ਕੈਪਟਨ ਸਾਹਿਬ ਨੂੰ ਅਸਤੀਫਾ ਦੇਣਾ ਪਿਆ, ਔਰ ਜਿਹਦੇ ਵਿੱਚੋਂ ਸਾਰਾ ਹੈ ਦੁਬਾਰਾ ਨਵੇਂ ਸਿਰੇ ਤੋਂ ਸਾਰੀ ਕਾਰਵਾਈ ਕਰਨੀ ਪਈ। ਔਰ ਇਹਦਾ ਫਾਇਦਾ ਹੀ ਤਾਂ ਹੋਏਗਾ ਹੁਣ ਨਵੇਂ ਸਿਰੇ ਤੋਂ ਕਾਰਵਾਈ ਦਾ ਜੇਕਰ ਪ੍ਰੋਪਰ ਤਰੀਕੇ ਨਾਲ ਚੰਗੇ ਬੰਦੇ, ਚੰਗੇ ਇਨਸਾਨ ਜਿਹੜੇ ਨੇ, ਇਮਾਨਦਾਰ ਲੋਕ ਜਿਹੜੇ ਨੇ, ਉਹਨਾਂ ਨੂੰ ਚੰਗੇ ਮਹਿਕਮੇ, ਖਾਸ ਤੌਰ ਤੇ ਜਿਹੜੇ ਐਜੂਕੇਸ਼ਨ ਦਾ ਮਹਿਕਮਾ ਹੈ, ਹੈਲਥ ਦਾ ਮਹਿਕਮਾ ਹੈ, ਇਸ ਤਰ੍ਹਾਂ ਹੋਰ ਜਿਹੜੇ ਬੁਨਿਆਦੀ ਢਾਂਚੇ ਦਾ ਮਹਿਕਮਾ ਹੈ, ਉਹ ਸਾਰੇ ਜਿਹੜੇ ਚੰਗੇ ਮਹਿਕਮੇ ਨੇ ਉਹ ਚੰਗੇ ਇਮਾਨਦਾਰ ਲੋਕਾਂ ਨੂੰ ਦਿੱਤੇ ਜਾਣ, ਤਾਂ ਹੀ ਜਿਹੜਾ ਹੈਗਾ ਅੱਗੇ ਕੰਮ ਜਿਹੜਾ ਹੈਗਾ ਚੱਲ ਸਕਦਾ। ਮਾਨ ਸਾਹਿਬ, ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਜੇ ਡਿਪਾਰਟਮੈਂਟ ਦਿੱਤੇ ਜਾਣਗੇ ਤਾਂ ਹੀ ਜਿਹੜੇ ਮੰਤਰੀ ਨੇ ਉਹ ਫੈਸਲੇ ਲੈ ਸਕਣਗੇ, ਲੇਕਿਨ ਜੇਕਰ ਫੈਸਲਿਆਂ ਦੀ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਵੀ ਚੰਨੀ ਜੀ ਅੱਛੇ ਫੈਸਲੇ ਲੈ ਰਹੇ ਨੇ ਐਜ਼ ਅ ਸੀਐਮ, ਲੇਕਿਨ ਉਹਨਾਂ ਦੇ ਫੈਸਲਿਆਂ ਉੱਪਰ ਵੀ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਗਏ ਨੇ। ਹੁਣ ਜੇ ਆਪਾਂ ਗੱਲ ਕਰੀਏ ਨਵ ਨਿਯੁਕਤ ਐਡਵੋਕੇਟ ਜਨਰਲ APS ਦਿਓਲ ਜੀ, ਸੋ ਉਹਨਾਂ ਦੀ ਨਿਯੁਕਤੀ ਹੋਈ ਸੀ ਕੱਲ, ਲੇਕਿਨ ਵਿਰੋਧੀਆਂ ਨੇ ਉਹਨਾਂ ਦੇ ਉੱਪਰ ਵੀ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਵਿਰੋਧੀਆਂ ਦਾ ਦਾਅਵਾ ਹੈ ਜੀ
ਜੋ ਸੱਚ ਵੀ ਹੈ ਵੀ ਜਿਹੜੇ ਇਹ ਦਿਓਲ ਸਾਹਿਬ ਨੇ ਇਹ ਤਾਂ ਹੁਣ ਤੱਕ ਸੁਮੇਧ ਸੈਣੀ ਦਾ ਕੇਸ ਲੜਦੇ ਰਹੇ ਨੇ, ਇਹ ਪਰਮਰਾਜ ਉਮਰਾ ਨੰਗਲ ਦਾ ਹੁਣ ਤੱਕ ਕੇਸ ਲੜਦੇ ਰਹੇ ਨੇ, ਤੇ ਇਹ ਕਿਵੇਂ ਇਨਸਾਫ ਦਿਵਾਉਣਗੇ? ਕੀ ਕੋਟਕਪੂਰਾ ਗੋਲੀकांड ਦੇ ਵਿੱਚ ਇਨਸਾਫ ਮਿਲ ਸਕੇਗਾ? ਸੋ ਨਿਸ਼ਾਨਾ ਲਗਾਇਆ ਜੀ, ਨਿਸ਼ਾਨਾ ਵੀ ਸਹੀ ਲੱਗ ਰਿਹਾ। ਤੁਹਾਨੂੰ ਲੱਗ ਰਿਹਾ ਵੀ ਜੇ ਉਸ ਜੋ ਵਿਰੋਧੀਆਂ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਐਡਵੋਕੇਟ ਜਨਰਲ ਦੀ ਅਪਾਇੰਟਮੈਂਟ ਦੇ ਉੱਪਰ, ਉਹ ਬਿਲਕੁਲ ਸਹੀ ਨੇ? ਬਿਲਕੁਲ ਦੇਖੋ, ਜਿੱਥੋਂ ਤੱਕ ਅਸੀਂ ਦਿਓਲ ਸਾਹਿਬ ਦਾ ਬੈਕਗ੍ਰਾਉਂਡ ਦੇਖਦਾ, ਤੁਸੀਂ ਵੀ ਦੱਸਿਆ ਹੈ, ਔਰ ਸਾਰੀ ਪੂਰਾ ਇਸ ਵੇਲੇ ਮੀਡੀਆ ਵੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ, ਔਰ ਉਸ ਮੀਡੀਆ ਦੀ ਗੱਲਬਾਤ ਦੇ ਵਿੱਚੋਂ ਹੀ ਗੱਲ ਸਾਹਮਣੇ ਆ ਰਹੀ ਹੈ, ਔਰ ਉਹ ਖੁਦ ਵੀ ਮੰਨ ਰਹੇ ਨੇ ਦਿਓਲ ਸਾਹਿਬ ਕਿ ਭਾਈ ਮੈਂ ਤਾਂ ਜਿਹੜੇ ਨੇ ਵਿਰੋਧੀ ਧਿਰ ਜਿਹੜੀ ਹੈਗੀ ਹੈ ਉਹਦਾ ਵਕੀਲ ਰਿਹਾ। ਖਾਸ ਤੌਰ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਉਹ ਕੇਸਾਂ ਦਾ ਜ਼ਿਕਰ ਕੀਤਾ ਹੈ, ਸੈਣੀ ਸਾਹਿਬ ਦੇ ਚਾਹੇ ਕੇਸ ਹੋਵੇ, ਚਾਹੇ ਕੋਈ ਹੋਰ ਕੋਟਕਪੂਰਾ ਗੋਲੀकांड ਨਾਲ ਜਿਹੜਾ ਹੈਗਾ ਜੁੜਿਆ ਕੇਸ ਹੋਵੇ। ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਕੇਸਾਂ ਦੇ ਵਿੱਚ ਇਨਵੋਲਵ ਰਿਹਾ, ਪਰ ਉਹਨਾਂ ਨੇ ਇਹ ਵੀ ਗੱਲ ਨਾਲ ਹੀ ਕਹੀ ਆ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਮੈਂ ਹੁਣ ਸਰਕਾਰ ਦਾ ਪੱਖ ਪੂਰਨਾ ਹੈ, ਇਸ ਕਰਕੇ ਮੈਂ ਸਰਕਾਰ ਦਾ ਹੀ ਪੱਖ ਲਵਾਂਗਾ। ਹੁਣ ਵੱਡੇ ਸਵਾਲ ਇਸ ਲਈ ਪੈਦਾ ਹੁੰਦੇ ਨੇ ਕਿ ਤੁਸੀਂ ਇਸ ਕਿਸਮ ਦੇ ਜਿਹੜੇ ਐਡਵੋਕੇਟ ਸਾਹਿਬ ਨੇ ਔਰ ਉਹਨਾਂ ਨੂੰ ਤੁਸੀਂ ਐਡੀ ਵੱਡੀ ਰੁਤਬਾ ਦਿੰਦੇ ਹੋ, ਐਡੀ ਵੱਡੀ ਕੁਰਸੀ ਦਿੰਦੇ ਹੋ, ਤਾਂ ਇਹਦਾ ਮਤਲਬ ਹੈ ਕਿ ਇਹ ਸਵਾਲ ਚੁੱਕੇ ਜਾਣੇ ਲਾਜ਼ਮੀ ਨੇ। ਸੋ ਇਸ ਕਰਕੇ ਇਹ ਵਿਰੋਧੀ ਧਿਰਾਂ ਜਿਹੜੇ ਸਵਾਲ ਚੁੱਕ ਰਹੀਆਂ ਨੇ ਬਿਲਕੁਲ ਜਾਇਜ਼ ਨੇ ਕਿ ਇੱਕ ਪਾਸੇ ਤਾਂ ਤੁਸੀਂ ਜਿਹੜੇ ਨੇ ਉਸ ਵੇਲੇ ਜਿਹੜੇ ਵਿਰੋਧੀ ਧਿਰਾਂ ਮੰਨੀਆਂ ਜਾਂਦੀਆਂ ਨੇ, ਖਾਸ ਤੌਰ ਤੇ ਅਕਾਲੀ ਦਲ, ਆਪਾਂ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਕਿਵੇਂ ਉਸ ਕੇਸ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ, ਔਰ ਤੁਸੀਂ ਦੇਖੋਗੇ ਕਿ ਉਹਦੇ ਵਿੱਚੋਂ ਹੀ ਸੁਮੇਧ ਸੈਣੀ ਹੋਰਾਂ ਨੂੰ ਜਿਹੜੀ ਬੇਲ ਦਵਾਈ ਗਈ, ਔਰ ਬੇਲ ਵੀ ਇਸ ਕਿਸਮ ਦੀ ਕਿ ਉਹਨਾਂ ਨੂੰ ਚੋਣਾਂ ਤੱਕ ਜਿਹੜੀ ਹੈਗੀ ਹੈ ਬੇਲ ਮਿਲੀ, ਉਹਦੇ ਵਿੱਚ ਦਿਓਲ ਸਾਹਿਬ ਦਾ ਜਿਹੜਾ ਹੈਗਾ ਬੇਲ ਦਿਵਾਉਣ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ, ਔਰ ਇਹ ਸਾਰੇ ਅਸੀਂ ਜਾਣਦੇ ਹਾਂ। ਪਰ ਇਹਦੇ ਬਾਵਜੂਦ ਉਹਨਾਂ ਨੂੰ ਐਡੀ ਵੱਡੀ ਜਿਹੜੀ ਪਦਵੀ ਦਿੱਤੀ ਗਈ ਹੈ, ਕੁਰਸੀ ਦਿੱਤੀ ਗਈ ਹੈ, ਇਹ ਜ਼ਰੂਰ ਸਵਾਲਾਂ ਦੇ ਘੇਰੇ 'ਚ ਹੈ। ਪਰ ਇਹਨਾਂ ਸਵਾਲਾਂ 'ਚੋਂ ਕਿਵੇਂ ਨਿਕਲਦੇ ਆ ਔਰ ਇਹਦੇ ਵਿੱਚੋਂ ਕਿਵੇਂ ਉਹ ਸਰਕਾਰ ਦਾ ਪੱਖ ਪੂਰਦੇ ਆ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਪਰ ਜੇਕਰ ਇਹ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਜੋ ਗੱਲਾਂ ਪਹਿਲਾਂ ਲੋਕ ਕੈਪਟਨ ਸਾਹਿਬ ਬਾਰੇ ਕਰਦੇ ਸੀਗੇ ਕਿ ਕੈਪਟਨ ਸਾਹਿਬ ਔਰ ਬਾਦਲ ਸਾਹਿਬ ਮਿਲੇ ਹੋਏ ਨੇ, ਤਾਂ ਲਾਜ਼ਮੀ ਤੌਰ ਤੇ ਅਗਲੇ ਦਿਨਾਂ ਦੇ ਵਿੱਚ ਇਹੀ ਸਵਾਲ ਜਿਹੜੇ ਨੇ ਚੰਨੀ ਸਾਹਿਬ ਤੇ ਵੀ ਉੱਠ ਸਕਦੇ ਆ ਔਰ ਕਾਂਗਰਸ ਦੀ ਸਰਕਾਰ ਤੇ ਉੱਠ ਸਕਦੇ ਆ ਕਿ ਕਾਂਗਰਸ ਔਰ ਅਕਾਲੀ ਦਲ ਜਿਹੜੇ ਨੇ ਉਹ ਮਿਲ ਕੇ ਖੇਡ ਰਹੇ ਨੇ। ਸੋ ਇਦਾਂ ਦੇ ਸਵਾਲ ਜਿਹੜੇ ਉੱਠਣੇ ਇੱਕ ਸੁਭਾਵਕ ਹੋ ਸਕਦਾ ਹੈ, ਔਰ ਜੇ ਇਦਾਂ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਨੀ ਸਾਹਿਬ ਨੂੰ ਇਸ ਵੇਲੇ ਕਿ ਇਦਾਂ ਦੇ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੇ ਨਿਯੁਕਤੀਆਂ ਕਰਦੇ ਆ ਉਹਦੇ ਤੋਂ ਬਚਣ ਦੀ ਲੋੜ ਹੈ। ਸਗੋਂ ਕੋਈ ਨਵੇਂ ਬੰਦੇ ਜਿਹੜੇ ਨੇ ਜਿੰਨੀ ਦੇਰ ਉਹ ਨਵੇਂ ਚਿਹਰੇ ਨਹੀਂ ਲੈ ਕੇ ਆਉਣਗੇ ਉਨੀ ਦੇਰ ਇਹ ਜਿਹੜਾ ਮਸਲੇ ਨੇ ਉਹ ਉਸੇ ਤਰ੍ਹਾਂ ਲਟਕਦੇ ਰਹਿਣਗੇ, ਇਹ ਹੱਲ ਨਹੀਂ ਹੋਣੇ। ਸੋ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਕਿ ਇਸ ਵਾਰੀ ਵੀ ਜਿਹੜਾ ਹੈਗਾ ਇਹ ਪਾਣੀ 'ਚ ਮਧਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਜਿਹੜਾ ਇੱਕ ਵੱਡਾ ਕੇਸ ਹੈ, ਖਾਸ ਤੌਰ ਤੇ ਆਪਾਂ ਕਹੇ ਬਰਗਾੜੀ ਕਾਂਡ ਦਾ ਮਸਲਾ ਹੋਵੇ ਜਾਂ ਕੋਟਕਪੂਰੇ ਵਰਗੇ ਮਸਲੇ ਹੋਣ, ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਇਹਦੇ ਵਿੱਚ ਪਾਣੀ 'ਚ ਮਧਾਣੀ ਪਾ ਕੇ ਜਿਹੜਾ ਹੈਗਾ ਲੋਕਾਂ ਨੂੰ ਹੋਰ ਜਿਹੜੀ ਅੱਗੇ ਦੀ ਅੱਗੇ ਪਾਇਆ ਜਾਏਗਾ ਇਦਾਂ ਦਾ ਕੇਸ, ਔਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਇਸ ਤੋਂ ਬਚਣ ਦੀ ਲੋੜ ਹੈ ਚੰਨੀ ਸਾਹਿਬ ਨੂੰ ਇਸ ਵੇਲੇ, ਕਿਉਂਕਿ ਹਜੇ ਨਵੇਂ ਆਏ ਨੇ ਔਰ ਲੋਕ ਹਜੇ ਉਹਨਾਂ ਵੱਲ ਵੇਖ ਰਹੇ ਨੇ, ਔਰ ਇਸ ਕਰਕੇ ਇਹਦੇ ਚੋਂ ਕੀ ਨਿਕਲੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਮਾਨ ਸਾਹਿਬ ਤਾਂ ਕਿਤੇ ਇਹ ਤਾਂ ਨਹੀਂ ਵੀ ਜਿਹੜਾ ਇਹ ਉਹਨੂੰ ਅਪਾਇੰਟਮੈਂਟ ਮਿਲੀ ਹੈਗੀ ਦਿਓਲ ਸਾਹਿਬ ਨੂੰ, ਇਹ ਕਿ ਇਨਾਮ ਮਿਲਿਆ ਹੋਵੇ? ਕਿਉਂਕਿ ਸੁਮੇਧ ਸੈਣੀ ਨੂੰ ਜਦੋਂ ਤੋਂ ਜ਼ਮਾਨਤ ਮਿਲੀ ਸੀ, ਖਾਸ ਤੌਰ ਤੇ ਰਾਹਤ ਮਿਲੀ ਸੀ ਇਲੈਕਸ਼ਨ ਦੇ ਤੱਕ 2022 ਦੇ ਵੋਟਾਂ ਤੱਕ, ਉਸਦੇ ਕਾਰਨ ਹੀ ਜਿਹੜੀ ਸਰਕਾਰ ਡਿੱਗਣ ਦੇ ਜ਼ਿਆਦਾ ਕਾਰਨ ਬਣੇ ਸੀ। ਉਹ ਕੇਸ ਗਲ ਦੀ ਹੱਡੀ ਬਣ ਚੁੱਕਿਆ ਸੀ ਸਰਕਾਰ ਦੀ। ਸੋ ਇਸ ਮਤਲਬ ਕਿ ਸੈਣੀ ਨੂੰ ਜੇ ਜ਼ਮਾਨਤ ਮਿਲੀ ਆ ਉਹ ਵੀ ਤਾਂ ਦਿਓਲ ਸਾਹਿਬ ਨੇ ਦਵਾਈ ਸੀ। ਇਹ ਤਾਂ ਨਹੀਂ ਵੀ ਕਿਤੇ ਚੰਨੀ ਸਰਕਾਰ ਨੇ ਗੇਮ ਖੇਡਤੀ ਹੋਵੇ ਤੇ ਉਹਨਾਂ ਨੂੰ ਇਨਾਮ ਦਿੱਤਾ ਹੋਵੇ, ਯਾਰ ਵੀ ਜੇ ਸਾਡੀ ਸਰਕਾਰ ਬਣੇ ਤਾਂ ਤੁਹਾਡੀ ਬਦੌਲਤ ਬਣੀਆਂ, ਦਿਓਲ ਸਾਹਿਬ ਨੂੰ ਇੱਕ ਇਨਾਮ ਮਿਲਿਆ ਹੋਵੇ। ਇਹ ਮਾਨ ਸਾਹਿਬ ਦਿਓਲ ਸਾਹਿਬ ਨੂੰ ਤਾਂ ਇਨਾਮ ਤਾਂ ਦਵਾਤਾ, ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਕਿ ਉਸ ਘਟਨਾ ਤੋਂ ਬਾਅਦ ਕੈਪਟਨ ਸਾਹਿਬ ਦਾ ਗ੍ਰਾਫ ਜਿਹੜਾ ਹੈਗਾ ਬਹੁਤ ਗਿਰ ਗਿਆ ਹੋਵੇ। ਹੁਣ ਸਵਾਲ ਪੈਦਾ ਹੁੰਦਾ ਕਿ ਚੰਨੀ ਸਾਹਿਬ ਨੇ ਜਦੋਂ ਇਹਨਾਂ ਦੀ ਨਿਯੁਕਤੀ ਕੀਤੀ ਦਿਓਲ ਸਾਹਿਬ ਦੀ, ਤਾਂ ਇਹਦਾ ਫਾਇਦਾ ਕੌਣ ਚੁੱਕੇਗਾ? ਜੇ ਅੱਜ ਕੱਲ੍ਹ ਨੂੰ ਵੱਡੇ ਸਵਾਲ ਉੱਠਦੇ ਨੇ ਕਾਂਗਰਸ ਦੀ ਸਰਕਾਰ ਦੇ ਉੱਤੇ, ਚੰਨੀ ਸਾਹਿਬ ਦੀ ਸਰਕਾਰ ਦੇ ਉੱਤੇ, ਤਾਂ ਇਹਦਾ ਫਾਇਦਾ ਜਿਹੜਾ ਹੈਗਾ ਉਹਦਾ ਗ੍ਰਾਫ ਦਾ ਫਾਇਦਾ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੂੰ ਵੀ ਹੋ ਸਕਦਾ ਹੈ। ਔਰ ਕੈਪਟਨ ਸਾਹਿਬ ਅੱਜ ਕਹਿ ਸਕਦੇ ਨੇ ਕਿ ਦੇਖੋ ਭਾਈ, ਮੈਂ ਤਾਂ ਦੇਖੋ ਇੱਥੋਂ ਤੱਕ ਲਿਆ ਹੋਇਆ ਸੀ ਕੇਸ, 4.5 ਸਾਲ ਜਿਹੜਾ ਹੈਗਾ ਮੈਂ ਇਸ ਕੇਸ ਨੂੰ ਅੱਗੇ ਤੱਕ ਲਿਆਂਦਾ, ਸਿੱਟਾਂ ਬਣਾਈਆਂ, ਕਮਿਸ਼ਨ ਬਣਾਏ, ਹੋਰ ਬਹੁਤ ਕੁਝ ਕੱਢਿਆ ਔਰ ਸੁਪਰੀਮ ਕੋਰਟ ਤੱਕ ਗੱਲ ਗਈ। ਤੁਸੀਂ ਤਾਂ 3.5 ਜਾਂ 4.5 ਮਹੀਨਿਆਂ ਦੇ ਵਿੱਚ
ਕੀਤੇ ਹੀ ਕੱਖ ਨਹੀਂ ਆ, ਕਿਉਂਕਿ ਤੁਸੀਂ ਤਾਂ ਵਕੀਲ ਵੀ ਉਹੀ ਲਾ ਲਏ ਜਿਹੜੇ ਵਕੀਲਾਂ ਦੇ ਵਿਰੋਧ 'ਚ ਅਸੀਂ ਖੜੇ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਜੇਕਰ ਇਹ ਕੁਝ ਨਹੀਂ ਹੁੰਦਾ, ਇਹਦੇ ਵਿੱਚੋਂ ਨਹੀਂ ਨਿਕਲਦਾ ਕੋਈ ਚੀਜ਼, ਕੋਈ ਰਿਜ਼ਲਟ ਨਹੀਂ ਨਿਕਲਦੇ, ਤਾਂ ਲਾਜ਼ਮੀ ਤੌਰ ਤੇ ਚੰਨੀ ਸਾਹਿਬ ਦੀ ਵਜ਼ਾਰਤ ਦੇ ਉੱਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਵਿਰੋਧੀ ਵੀ ਚੁੱਕਣਗੇ ਔਰ ਉਹਨਾਂ ਦੇ ਆਪਣੇ ਵੀ ਚੁੱਕਣਗੇ, ਔਰ ਇੱਥੋਂ ਤੱਕ ਕਿ ਕੈਪਟਨ ਸਾਹਿਬ ਨੂੰ ਵੀ ਮੌਕਾ ਮਿਲੇਗਾ ਇਹ ਗੱਲ ਕਹਿਣ ਦਾ ਕਿ ਤੁਹਾਡੇ ਨਾਲੋਂ ਤਾਂ ਮੈਂ ਹੀ ਠੀਕ ਸੀਗਾ, ਮੈਂ ਹੀ ਜਿਹੜਾ ਸੀਗਾ ਇਦਾਂ ਮਤਲਬ ਇੱਥੋਂ ਤੱਕ ਇਸ ਕੇਸ ਨੂੰ ਲੈ ਕੇ ਆਇਆ ਸੀਗਾ, ਤੁਸੀਂ ਕੁਝ ਨਹੀਂ ਕੀਤਾ। ਸੋ ਇਹ ਹੁਣ ਸਮਾਂ ਦੱਸੇਗਾ ਕਿ ਵਜ਼ਾਰਤ ਦੇ ਵਿੱਚ ਜਾਂ ਚੰਨੀ ਸਾਹਿਬ ਦੀ ਜਿਹੜੀ ਵਜ਼ਾਰਤ ਹੈ ਉਹਦੇ ਵਿੱਚ ਕਿੱਦਾਂ ਦੇ ਫੈਸਲੇ ਲਏ ਜਾਂਦੇ ਆ। ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਕਲੀਅਰ ਹੋਏਗਾ ਮਾਨ ਸਾਹਿਬ। ਤੁਸੀਂ ਚਲੋ ਇਹ ਤਾਂ ਫੈਸਲਾ ਆਪਾਂ ਨੂੰ ਸਾਨੂੰ ਆਉਣ ਵਾਲੇ ਟਾਈਮ ਤੇ ਪਤਾ ਲੱਗ ਜੂ ਕਿ ਕਿਸ ਤਰ੍ਹਾਂ ਦੇ ਮਾਹੌਲ ਬਣਨਗੇ ਪੰਜਾਬ ਦੇ ਵਿੱਚ। ਲੇਕਿਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਕਿਸਾਨਾਂ ਨੂੰ ਲੈ ਕੇ, ਜਿਵੇਂ ਕਿ ਕੱਲ ਬਹੁਤ ਵੱਡਾ ਪ੍ਰੋਟੈਸਟ ਸੀ, ਭਾਰਤ ਬੰਦ ਵੀ ਸੀਗਾ, ਉਸ ਦੇ ਮੱਦੇਨਜ਼ਰ ਹੁਣ ਜੋ ਕਿ ਕਾਫੀ ਚਰਚਾ ਦੇ ਵਿੱਚ ਆਏ ਸੀ, ਲਾਈਮਲਾਈਟ ਦੇ ਵਿੱਚ ਆਏ ਸੀ 26 ਜਨਵਰੀ ਨੂੰ, ਗੱਲ ਕਰ ਰਹੇ ਹਾਂ ਦੀਪ ਸਿੱਧੂ ਦੀ ਜੀ। ਉਹਨਾਂ ਨੇ ਇੱਕ ਮੰਚ ਬਣਾਉਣ ਦੀ ਘੋਸ਼ਣਾ ਕਰਤੀ ਹੈ ਵੀ 29 ਤਰੀਕ ਨੂੰ ਪ੍ਰੈਸ ਕਲੱਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਮੰਚ ਦੀ ਉਸਾਰੀ ਕੀਤੀ ਜਾ ਰਹੀ ਹੈ ਵਾਰਿਸ ਪੰਜਾਬ ਦੀ। ਤੋ ਉਸ ਮੰਚ ਦੇ ਵਿੱਚ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਜੜਨ ਦੀ ਅਪੀਲ ਕੀਤੀ ਵੀ ਤਾਂ ਜੋ ਕਿਸਾਨਾਂ ਦੀ ਗੱਲ ਕਰੀਏ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ। ਸੋ ਮੈਂ ਇਹ ਦੇਖ ਰਿਹਾ ਵੀ ਜਿਹੜੇ ਮੰਚ ਤਿਆਰ ਹੋਣ ਲੱਗਿਆ 29 ਤਰੀਕ ਨੂੰ, ਜਿਸ ਦੀ ਘੋਸ਼ਣਾ ਦੀਪ ਸਿੱਧੂ ਜੀ ਵੱਲੋਂ ਕੀਤੀ ਵੀ ਹੈ ਕਿ ਆਉਣ ਵਾਲੇ 2022 ਦੇ ਇਲੈਕਸ਼ਨਾਂ ਨੂੰ ਦੇਖ ਕੇ ਇਹ ਮੰਚ ਤਿਆਰ ਕੀਤਾ ਜਾ ਰਿਹਾ ਕਿ ਆਉਣ ਵਾਲੇ 2022 ਦੇ ਇਲੈਕਸ਼ਨਾਂ ਦੇ ਵਿੱਚ ਕਿਸਾਨ ਸਿੱਧੇ ਜਾਂ ਸਿੱਧੇ ਤੌਰ ਦੇ ਉੱਪਰ ਭਾਗ ਲੈਣਗੇ। ਕਿਵੇਂ ਦੇਖ ਰਹੇ ਹੋ ਇਸ ਮੰਚ ਨੂੰ? ਮਾਨ ਸਾਹਿਬ ਦੇਖੋ, ਸਿੱਧੂ ਸਾਹਿਬ ਤੇ ਪਹਿਲਾਂ ਵੀ ਬਹੁਤ ਵੱਡੇ ਡਾਊਟ ਹੁੰਦੇ ਰਹੇ ਆ, ਬਹੁਤ ਵੱਡੇ ਸ਼ੱਕ ਪੈਦਾ ਹੁੰਦੇ ਰਹੇ ਆ, ਜਿਵੇਂ ਹੁਣ 26 ਜਨਵਰੀ ਦੀ ਘਟਨਾ ਦਾ ਤੁਸੀਂ ਵੀ ਜ਼ਿਕਰ ਕੀਤਾ ਹੈ, ਔਰ ਉਸ ਘਟਨਾ ਤੋਂ ਬਾਅਦ ਵੀ ਬਹੁਤ ਵੱਡੇ ਸਵਾਲ ਜਿਹੜੇ ਸੀਗੇ ਚੁੱਕੇ ਗਏ ਸਿੱਧੂ ਸਾਹਿਬ ਦੇ ਉੱਤੇ। ਹੁਣ ਕੀ ਹੈ ਕਿ ਹੁਣ ਇਸ ਵੇਲੇ ਮਸਲਾ ਕੀ ਹੈ? ਇਸ ਵੇਲੇ ਮਸਲਾ ਹੈ 3 ਕਾਲੇ ਕਾਨੂੰਨ ਵਾਪਸ ਕਰਾਉਣ ਦਾ ਔਰ ਇੱਕ ਨਵਾਂ MSP ਵਾਲਾ ਕਾਨੂੰਨ ਲਿਆਉਣ ਦਾ। ਹੁਣ ਗੱਲ ਇਹ ਹੈ ਕਿ ਕੀ ਕਿਸਾਨਾਂ ਨੂੰ ਉਹ ਜਿਹੜੇ ਨੇ 3 ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਲੜਨਾ ਚਾਹੀਦਾ, ਸੰਘਰਸ਼ ਕਰਨਾ ਚਾਹੀਦਾ ਜਾਂ ਚੋਣਾਂ 'ਚ ਹਿੱਸਾ ਲੈਣਾ ਚਾਹੀਦਾ ਹੈ? ਇਸ ਵੇਲੇ ਕੀ ਹੈ? ਇਸ ਵੇਲੇ ਬੁਨਿਆਦੀ ਮਸਲਾ ਮੈਨੂੰ ਲੱਗਦਾ ਹੈ ਕਿ ਇਹ ਹੈ ਕਿ ਕਿਵੇਂ ਨਾ ਕਿਵੇਂ ਹਰ ਹਾਲਤ ਦੇ ਵਿੱਚ 3 ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਕਰਾਏ ਜਾਣ। ਕੱਲ ਵੀ ਆਪਾਂ ਨੂੰ ਪਤਾ ਹੈ ਕਿ ਵੱਡਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਔਰ ਬਹੁਤ ਉਹਦਾ ਸਮਰਥਨ ਵੀ ਮਿਲਿਆ ਆਮ ਲੋਕਾਂ ਵੱਲੋਂ ਵੀ, ਇਕੱਲੇ ਕਿਸਾਨਾਂ ਵੱਲੋਂ ਵੀ ਨਹੀਂ, ਵਪਾਰੀਆਂ ਵੱਲੋਂ, ਦੁਕਾਨਦਾਰਾਂ ਵੱਲੋਂ, ਫੜੀ ਵਾਲਿਆਂ ਵੱਲੋਂ ਔਰ ਹੋਰ ਜਿਹੜੇ ਆਮ ਲੋਕਾਂ ਵੱਲੋਂ ਵੀ ਉਹਦਾ ਬਹੁਤ ਵੱਡਾ ਭਰਪੂਰ ਸਮਰਥਨ ਮਿਲਿਆ। ਸੋ ਇੱਕ ਪਾਸੇ ਤਾਂ ਲੋਕ ਇਹ ਲੜ ਰਹੇ ਨੇ, ਦੂਜੇ ਪਾਸੇ ਜਦੋਂ ਤੁਸੀਂ ਇੱਕ ਆਪਣੀ ਵੱਖਰੀ ਡਫਲੀ ਵਜਾ ਕੇ ਇਹ ਕਹਿਣਾ ਚਾਹੋ ਕਿ ਮੈਂ ਤਾਂ ਮੇਰੇ ਜਿਹੜੇ ਪੋਲੀਟੀਕਲ ਇਰਾਦੇ ਨੇ ਉਹ ਪੂਰੇ ਹੋਣੇ ਚਾਹੀਦੇ ਨੇ, ਮੇਰੇ ਨਾਲ ਕਿਸਾਨ ਜਿਹੜੇ ਨੇ ਉਹ ਆਪਣਾ ਸੰਘਰਸ਼ ਛੱਡ ਕੇ ਆਪਾਂ ਜਿਹੜੀ ਹੈਗੀ ਆ ਚੋਣਾਂ ਲੜਾਂਗੇ ਔਰ ਆਪਣੀ ਪਾਰਟੀ ਬਣਾਵਾਂਗੇ, ਮੈਨੂੰ ਲੱਗਦਾ ਹੈ ਕਿ ਇਹ ਕਿਸਾਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਧਿਆਨ ਭਟਕਾਉਣ ਦੀ ਗੱਲ ਹੈ। ਉਹਨਾਂ ਨੂੰ ਆਪਣੇ ਜਿਹੜੇ ਵੱਡੇ ਸੰਘਰਸ਼ ਤੋਂ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਹੈ। ਔਰ ਕਿਉਂਕਿ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕੋ ਇੱਕ ਕਿਸਾਨਾਂ ਨੂੰ ਤਾਂ ਇੱਕੋ ਇੱਕ, ਜਿਵੇਂ ਅਰਜਨ ਨੂੰ ਇੱਕ ਮੱਛੀ ਦੀ ਅੱਖ ਦਿਖਦੀ ਸੀਗੀ, ਉਸੇ ਤਰ੍ਹਾਂ ਇੱਕ ਮੱਛੀ ਦੀ ਅੱਖ ਦਿਖਣੀ ਚਾਹੀਦੀ ਹੈ ਕਿ 3 ਕਾਲੇ ਕਾਨੂੰਨ ਇਹ ਕਿਵੇਂ ਵਾਪਸ ਕਰਾਉਣੇ ਨੇ। ਉਹਦੇ ਵਿੱਚੋਂ ਜੇਕਰ ਉਹ ਜਿੱਤ ਕੇ ਵਾਪਸ ਆਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਤੁਸੀਂ ਦੇਖੋਗੇ ਮਾਨ ਸਾਹਿਬ ਕਿ ਆਮ ਲੋਕਾਂ ਨੇ, ਕਿਸਾਨਾਂ ਨੇ, ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ, ਇਹਨਾਂ ਦੇ ਲੀਡਰਾਂ ਨੂੰ ਆਪਣੇ ਆਪ ਹੀਰੋ ਬਣਾ ਦੇਣਾ। ਪਰ ਮਸਲਾ ਇਹ ਹੈ ਕਿ ਉਹ ਉਦੋਂ ਹੀਰੋ ਬਣਨਗੇ ਜਦੋਂ ਇਹ 3 ਕਾਲੇ ਕਾਨੂੰਨ ਉਹ ਵਾਪਸ ਕਰਾ ਕੇ ਘਰ ਮੁੜਨਗੇ ਔਰ ਇੱਕ ਨਵਾਂ ਕਾਨੂੰਨ ਬਣਾ ਕੇ ਵਾਪਸ ਆਉਣਗੇ। ਸੋ ਪਰ ਉਹਦੇ ਵਿੱਚੋਂ ਅੱਜ ਇਹ ਕਹਿਣਾ ਕਿ ਅਸੀਂ ਤਾਂ ਲੜਾਈ ਲੜਾਂਗੇ, ਅਸੀਂ ਤਾਂ ਨਵੀਆਂ ਜਿਹੜੀ ਹੈਗੇ ਪਾਰਟੀ ਬਣਾ ਕੇ ਚੋਣਾਂ ਲੜਾਂਗੇ, ਸੋ ਇਸ ਕਰਕੇ ਇਹਦੇ ਉੱਤੇ ਬਹੁਤ ਵੱਡਾ ਸ਼ੱਕ ਅੱਜ ਫੇਰ ਸਿੱਧੂ ਸਾਹਿਬ ਦੇ ਉੱਤੇ ਹੁੰਦਾ ਹੈ। ਸੋ ਇਸ ਕਰਕੇ ਮੈਂ ਇੱਕ ਬੇਨਤੀ ਕਰਾਂਗਾ ਕਿ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਕਿ ਇਸ ਵੇਲੇ ਇਹ ਸਮਾਂ ਚੋਣਾਂ ਲੜਨ ਦਾ ਨਹੀਂ ਹੈ ਕਿਸਾਨਾਂ ਦਾ। ਬੇਸ਼ੱਕ ਚੋਣਾਂ ਇੰਪੋਰਟੈਂਟ ਨਹੀਂ, ਮੈਂ ਨਹੀਂ ਕਹਿੰਦਾ, ਪਰ ਇਹ ਸਮਾਂ ਤੁਹਾਨੂੰ ਮਿਲੇਗਾ ਔਰ ਬਹੁਤ ਵਧੀਆ ਸਮਾਂ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਚੜੂਨੀ ਸਾਹਿਬ ਦੀ ਵੀ ਇਹੀ ਦਿੱਕਤ ਸੀਗੀ, ਚੜੂਨੀ ਸਾਹਿਬ ਦੇ ਲਈ ਵੀ ਆਪਾਂ ਉਦੋਂ ਇਹੀ ਗੱਲ ਕਹੀ ਸੀਗੀ ਕਿ ਚੜੂਨੀ ਸਾਹਿਬ ਨੂੰ ਵੀ ਹਜੇ ਇੰਤਜ਼ਾਰ ਕਰਨਾ ਚਾਹੀਦਾ ਹੈ ਔਰ ਆਪਣਾ ਧਿਆਨ ਸਾਰੇ ਦਾ ਸਾਰਾ ਜਿਹੜਾ ਹੈਗਾ ਫੋਕਸ ਆਪਣਾ 3 ਕਾਲੇ ਕਾਨੂੰਨ ਨੂੰ ਰੱਦ ਕਰਾਉਣ ਦੇ ਉੱਤੇ ਹੋਣਾ ਚਾਹੀਦਾ ਹੈ ਔਰ ਇੱਕ ਨਵਾਂ ਕਾਨੂੰਨ ਵਾਪਸ ਜਿਹੜਾ ਹੈਗਾ, ਨਵਾਂ MSP ਵਾਲਾ ਕਾਨੂੰਨ ਜਿਹੜਾ ਹੈਗਾ ਉਹ ਲਾਗੂ ਕਰਾਉਣ ਦੇ ਉੱਤੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਜਿਹੜਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਇਹ ਚੋਣਾਂ ਜਿਹੜਾ ਹੈਗੇ ਨੇ, ਭਾਰਤ ਇੱਕ ਐਸਾ ਮੁਲਕ ਹੈ ਮਾਨ ਸਾਹਿਬ ਜਿਹਦੇ ਵਿੱਚ ਹਰ 6 ਮਹੀਨਿਆਂ ਬਾਅਦ ਕੋਈ ਨਾ ਕੋਈ ਚੋਣ ਹੁੰਦੀ ਹੈ, ਚਾਹੇ ਉਹ ਸਰਪੰਚੀ ਦੀ ਲੈ ਲਓ, ਪੰਚਾਂ ਦੀ ਲੈ ਲਓ, MC ਦੀ ਲੈ ਲਓ, ਵਿਧਾਨ ਸਭਾ, ਲੋਕ ਸਭਾ। ਜੀ ਔਰ ਇਹ ਚੋਣਾਂ ਦਾ ਮੌਕਾ ਤੁਹਾਨੂੰ ਮਿਲੇਗਾ।
ਵੀ ਬਿਲਕੁਲ ਕਿਸਾਨਾਂ ਨੂੰ ਇਹੋ ਜਿਹੇ ਹੱਥਕੰਡੇ ਤੋਂ ਹੋ ਸਕਦਾ ਹੈ ਬੀਜੇਪੀ ਦੀ ਜਾਂ ਵਿਰੋਧੀ ਧਿਰਾਂ ਦੀ ਕੋਈ ਚਾਲ ਹੋਵੇ ਵੀ ਉਹਨਾਂ ਨੂੰ ਕਿ ਉਹਨਾਂ ਨੂੰ ਅੱਗੇ ਰੱਖ ਕੇ ਪਿੱਛੇ ਆਪ ਨੂੰ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕਰੇ। ਸੋ ਕਿਸਾਨਾਂ ਨੂੰ ਥੋੜਾ ਜਿਹਾ ਚੌਕਸ ਰਹਿਣਾ ਚਾਹੀਦਾ ਤੇ ਇਹਨਾਂ ਇਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਉਹਨਾਂ ਤੋਂ ਬਚਣਾ ਚਾਹੀਦਾ ਹੈ। ਸੋ ਡਾਕਟਰ ਸਾਹਿਬ, ਤੁਸੀਂ ਇਹਨਾਂ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਇਹ ਸਨ ਡਾਕਟਰ ਭੀਮਿੰਦਰ, ਜਿਨ੍ਹਾਂ ਨੇ ਅੱਜ ਦੇ ਇਹਨਾਂ ਅਹਿਮ ਮੁੱਦਿਆਂ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਹੈ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਹ ਚਰਚਾ ਪਸੰਦ ਆਈ ਹੋਗੀ। ਤੁਹਾਨੂੰ ਇਹ ਚਰਚਾ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।